ਸਤਨਾਮ ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਜਪਜੀ ਸਾਹਿਬ ਦੀ 9 ਪੌੜੀਆਂ ਤੇ ਵਿਚਾਰ ਹੋਈ। 10ਵੀਂ ਪੌੜੀ ਤੇ ਵਿਚਾਰ ਆਰੰਭ ਕਰੀਏ। ਗੁਰੂ ਸਾਹਿਬ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਗੁਰੂ ਸਾਹਿਬ ਕਹਿੰਦੇ ਹਨ ਕਿ ਨਾਮ ਸੁਣਨ ਨਾਲ ਆਪਣੇ ਅੰਦਰ ਸੱਚ, ਸੰਤੋਖ ਅਤੇ ਗਿਆਨ ਜਿਹੇ ਗੁਣ ਪੈਦਾ ਹੋ ਜਾਂਦੇ ਹਨ। ਨਾਮ ਸੁਣਨ ਨਾਲ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਨਾਮ ਸੁਣਨ ਨਾਲ ਗ੍ਰੰਥ ਸ਼ਾਸਤਰ ਪੜ੍ਹ ਕੇ ਮਿਲਣ ਵਾਲਾ ਮਾਣ ਪ੍ਰਾਪਤ ਹੋ ਜਾਂਦਾ ਹੈ। ਨਾਮ ਸੁਣਨ ਨਾਲ ਸਹਿਜੇ ਹੀ ਧਿਆਨ ਅੰਦਰ ਠਹਿਰ ਜਾਂਦਾ ਹੈ, ਲਿਵ ਲੱਗ ਜਾਂਦੀ ਹੈ ਅਤੇ ਸਹਿਜ ਸਮਾਧੀ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸ਼ਬਦਾਰਥ 68 यानी 68 तीर्थ, ध्यान यानी बिरती, सत संतोख यानी दान ते संतोख। तात्पर्य यह है, प्रभु दे नाम विच सुरत जोड़न नाल हिरदे विच लोड़वंतां दी सेवा ਕਰਨ ਦਾ ਸੁਭਾਅ, ਸੰਤੋਖ ਤੇ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਮਾਨੋ 68 ਤੀਰਥ ਦਾ ਇਸ਼ਨਾਨ ਹੀ ਹੋ ਜਾਂਦਾ ਹੈ। ਭਾਉ ਨਾਮ ਜਪਣ ਵਾਲੇ ਨੂੰ 68 ਤੀਰਥਾਂ ਦੇ ਇਸ਼ਨਾਨ ਦੀ ਲੋੜ ਨਹੀਂ। ਜੋ ਸਤਕਾਰ ਮਨੁੱਖ ਵਿਦਿਆ ਪੜ੍ਹ ਕੇ ਪ੍ਰਾਪਤ ਕਰਦੇ ਹਨ, ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿੱਚ ਜੁੜ ਕੇ ਸਹਿਜੇ ਹੀ ਮਿਲ ਜਾਂਦਾ ਹੈ। ਨਾਮ ਵਿੱਚ ਸੁਰਤ ਜੋੜਨ ਸਦਕਾ ਸਹਿਜ ਅਵਸਥਾ, ਭਾਉ ਅਡੋਲਤਾ ਵਿੱਚ ਚਿੱਤ ਦੀ ਬਿਰਤੀ ਟਿਕ ਜਾਂਦੀ ਹੈ। ਹੇ ਨਾਨਕ, ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਓ ਬਣਿਆ ਰਹਿੰਦਾ ਹੈ, ਕਿਉਂਕਿ ਅਕਾਲ ਪੁਰਖ ਦੀ ਸਿਫਤ ਸਲਾਹ ਸੁਣਨ ਨਾਲ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਏ ਅਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਗੁਰੂ ਸਾਹਿਬ ਕਹਿੰਦੇ ਹਨ ਕਿ ਨਾਮ ਸੁਣਨ ਨਾਲ ਗੁਣਾਂ ਦੇ ਸਮੁੰਦਰ ਦੀ ਥਾਂ ਪ੍ਰਾਪਤ ਹੋ ਜਾਂਦੀ ਹੈ। ਭਾਉ ਅਨੰਤ ਗੁਣਾਂ ਦੇ ਭੰਡਾਰ ਮਿਲ ਜਾਂਦੇ ਹਨ। ਨਾਮ ਸੁਣਨ ਨਾਲ ਸੇਖ, ਪੀਰ ਅਤੇ
ਸਾਹਾਂ ਦੇ ਸਾਹ ਭਾਓ ਧਰਮ ਸੰਤ ਵਾਲੀ ਪਦਵੀ ਮਿਲ ਜਾਂਦੀ ਹੈ। ਨਾਮ ਸੁਣਨ ਨਾਲ ਅੰਨੇ ਅਗਿਆਨੀ ਵੀ ਸੱਚੇ ਗਿਆਨ ਦੇ ਰਾਹ ਉੱਤੇ ਪੈ ਜਾਂਦੇ ਹਨ। ਨਾਮ ਸੁਣਨ ਨਾਲ ਅਥਾਹ ਭਉ ਸਾਗਰ ਦੀ ਥਾਹ ਲੱਗ ਜਾਂਦੀ ਹੈ। ਸੁਣਿਐ ਸਰਾ ਗੁਣਾ ਕੀ ਗਾਹ, ਸੁਣਿਐ ਸੇਖ ਪੀਰ ਪਾਤਸ਼ਾਹ, ਸੁਣਿਐ ਅੰਧੇ ਪਾਵੇ ਰਾਹ, ਸੁਣਿਐ ਹਾਥ ਹੋਏ ਅਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਸ਼ਬਦਾਰਥ ਸਰਾ ਗੁਣਾ ਕੀ ਯਾਨੀ ਗੁਣਾ ਦੇ ਸਰੋਵਰਾਂ ਦੇ ਭਾਉ ਬੇਅੰਤ ਗੁਣਾ ਦੇ, ਗਾਹ ਯਾਨੀ ਗਾਹਣ ਵਾਲੇ ਸੂਝ ਵਾਲੇ, ਅਸਗਾਹ ਯਾਨੀ ਡੂੰਘਾ ਸੰਸਾਰ ਸਮੁੰਦਰ, ਹਾਥ ਹੋਵੇ ਯਾਨੀ ਡੂੰਘਾਈ ਦਾ ਪਤਾ ਲੱਗ ਜਾਂਦਾ ਹੈ। ਤਾਤਪਰਯ ਇਹ ਹੈ, ਪ੍ਰਭੂ ਦੇ ਨਾਮ ਵਿੱਚ ਸੂਰਤ ਜੋੜਨ ਸਦਕਾ ਸਧਾਰਨ ਮਨੁੱਖ ਬੇਅੰਤ ਗੁਣਾ ਦੀ ਸੂਝ ਵਾਲੇ ਹੋ ਜਾਂਦੇ ਹਨ। ਨਾਮ ਵਿੱਚ ਸੂਰਤ ਜੋੜਨ ਦਾ ਸਦਕਾ ਸਧਾਰਨ ਮਨੁੱਖ ਸੇਖ ਪੀਰ ਤੇ ਪਾਤਸ਼ਾਹ ਦੀ ਪਦਵੀ ਪ੍ਰਾਪਤ ਕਰ ਲੈਂਦੇ ਹਨ। ਇਹ ਨਾਮ ਸੁਣਨ ਦੀ ਹੀ ਬਰਕਤ ਹੈ ਕਿ ਅੰਨੇ ਗਿਆਨਹੀਨ ਮਨੁੱਖ ਵੀ ਅਕਾਲ ਨੂੰ ਮਿਲਣ ਦਾ ਰਾਹ ਲੱਭ ਲੈਂਦੇ ਹਨ। ਅਕਾਲ ਪੁਰਖ ਦੇ ਨਾਮ ਵਿੱਚ ਜੁੜਨ ਸਦਕਾ ਇਸ ਡੂੰਘੇ ਸੰਸਾਰ ਸਮੁੰਦਰ ਦੀ ਅਸਲੀਅਤ ਸਮਝ ਵਿੱਚ ਆ ਜਾਂਦੀ ਹੈ। ਸਿਫਤ ਸਲਾਹ ਵਿੱਚ ਜੁੜ ਕੇ ਸਧਾਰਨ ਮਨੁੱਖ ਵੀ ਉੱਚੇ ਆਤਮਕ ਮਰਾਤਬੇ ਉੱਤੇ ਜਾ ਅਪੜਦੇ ਹਨ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਈ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ। ਸੁਣਿਆਂ ਦੀਆਂ ਪੌੜੀਆਂ ਵਿੱਚ ਗੁਰੂ ਸਾਹਿਬ ਨੇ ਨਾਮ ਦੇ ਅੰਤਰਮੁਖ ਅਭਿਆਸ ਦੁਆਰਾ ਹੋਣ ਵਾਲੇ ਲਾਭ ਦਾ ਵਰਣਨ ਕੀਤਾ ਹੈ। ਮੰਨੇ ਦੀਆਂ ਪੌੜੀਆਂ ਵਿੱਚ ਆਪ ਆਤਮਾ ਨੂੰ ਨਾਮ ਵਿੱਚ ਅਭੇਦ ਕਰ ਦੇਣ ਦੇ ਅਲੌਕਿਕ ਗੁਣ ਬਿਆਨ ਕਰ ਰਹੇ ਹਨ। ਆਪ ਕਹਿੰਦੇ ਹਨ, ਨਾਮ ਦਾ ਮੰਨਣ ਕਰਨ ਵਾਲੇ ਸਾਧਕ ਦੀ ਅਵਸਥਾ ਰਹਿਣ ਸੁਣਨ ਤੋਂ ਬਾਹਰ ਹੈ। ਜੋ ਕੋਈ ਅਜਿਹੇ ਨਾਮ ਦੇ ਰਸੀਆਂ ਦੀ ਅਵਸਥਾ ਬਿਆਨ ਕਰਨ ਦਾ ਯਤਨ ਕਰੇਗਾ, ਉਸ ਨੂੰ ਇਸ ਵਿੱਚ ਸਫਲਤਾ ਨਹੀਂ ਮਿਲੇਗੀ, ਸਗੋਂ ਉਸ ਨੂੰ ਪਛਤਾਣਾ ਪਵੇਗਾ। ਨਾ ਸੰਸਾਰ ਵਿੱਚ ਅਜਿਹਾ ਕਾਗਜ਼ ਹੈ ਜਿਸ ਉੱਤੇ ਨਾਮ ਦੇ ਰੰਗ ਵਿੱਚ ਰੰਗੇ ਮਹਾਪੁਰਸ਼ ਦੀ ਪੂਰੀ ਉਪਮਾ ਲਿਖੀ ਜਾ ਸਕਦੀ ਹੋਵੇ। ਨਾ ਹੀ ਸੰਸਾਰ ਵਿੱਚ ਅਜਿਹੀ ਕਲਮ ਹੈ ਜੋ ਉਸ ਦੀ ਪੂਰੀ ਉਪਮਾ ਲਿਖ ਸਕਦੀ ਹੋਵੇ, ਅਤੇ ਨਾ ਹੀ ਅਜਿਹਾ ਲਿਖਾਰੀ ਹੈ ਜੋ ਪੂਰੀ ਤਰ੍ਹਾਂ ਉਹ ਉਪਮਾ ਲਿਖ ਸਕਦਾ ਹੋਵੇ। ਇੱਕ ਨਹੀਂ ਅਨੇਕ ਵਿਅਕਤੀ ਇਕੱਠੇ ਬੈਠ ਕੇ ਅਜਿਹੇ ਪੂਰਨ ਪੁਰਖਾਂ ਦੀ ਪਰਮਾਰਥੀ ਅਵਸਥਾ ਸੰਬੰਧੀ ਵਿਚਾਰ ਕਰਕੇ ਵੀ ਉਸ ਦਾ ਵਰਣਨ ਨਹੀਂ ਕਰ ਸਕਦੇ, ਕਿਉਂਕਿ ਉਹਦੀ ਅਵਸਥਾ ਵਿਚਾਰ ਉੱਤੇ ਵਰਣਨ ਤੋਂ ਉੱਪਰ ਹੈ। ਪਰਮੇਸ਼ਰ ਦਾ ਨਾਮ ਪਰਮੇਸ਼ਰ ਵਾਂਗ ਨਿਰਮਲ ਅਤੇ ਮਾਇਆ ਰਹਿਤ ਹੈ, ਪਰ ਇਸ ਗੱਲ ਦੀ ਸਮਝ
ਸੋਝੀ ਉਸ ਵਿਰਲੇ ਪ੍ਰਾਣੀ ਨੂੰ ਹੀ ਹੁੰਦੀ ਹੈ ਜੋ ਨਾਮ ਵਿੱਚ ਸਮਾ ਕੇ ਨਾਮ ਦਾ ਰੂਪ ਹੋ ਜਾਂਦਾ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਸ਼ਬਦਾਰਥ। ਮੰਨੇ ਕੀ ਯਾਨੀ ਮੰਨਣ ਵਾਲੇ ਦੀ, ਗਤ ਯਾਨੀ ਅਵਸਥਾ। ਤਾਤਪਰਯ ਇਹ ਹੈ ਉਸ ਮਨੁੱਖ ਦੀ ਉੱਚੀ ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ ਜਿਸ ਨੇ ਅਕਾਲ ਪੁਰਖ ਦੇ ਨਾਮ ਨੂੰ ਮੰਨ ਲਿਆ ਹੈ। ਭਾਵ ਜਿਸ ਦੀ ਲਗਨ ਨਾਮ ਵਿੱਚ ਲੱਗ ਗਈ ਹੈ। ਜੋ ਕੋਈ ਮਨੁੱਖ ਬਿਆਨ ਕਰੇ ਵੀ ਤਾਂ ਉਹ ਪਿੱਛੋਂ ਪਛਤਾਉਂਦਾ ਹੈ ਕਿ ਮੈਂ ਹੋਛਾ ਯਤਨ ਕੀਤਾ ਹੈ। ਮਨੁੱਖ ਰਲ ਕੇ ਨਾਮ ਵਿੱਚ ਪਤੀਜੇ ਹੋਏ ਦੀ ਆਤਮਕ ਅਵਸਥਾ ਦਾ ਅੰਦਾਜ਼ਾ ਲਾਉਂਦੇ ਹਨ, ਪਰ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ। ਅਕਾਲ ਪੁਰਖ ਦਾ ਨਾਮ ਬਹੁਤ ਉੱਚਾ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਇਸ ਵਿੱਚ ਜੁੜਨ ਵਾਲਾ ਵੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹ ਚੋਟਾ ਨਾ ਖਾਈ, ਮੰਨੈ ਜਮ ਕੈ ਸਾਥ ਨਾ ਜਾਈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਆਪਣੀ ਸੁਰਤ ਨੂੰ ਨਾਮ ਵਿੱਚ ਲੀਨ ਕਰਨ ਵਾਲੇ ਸਾਧਕ ਦੇ ਮਨ, ਬੁੱਧੀ ਅਤੇ ਸੁਰਤ ਤਿੰਨੇ ਬਲਵਾਨ ਤੇ ਨਿਰਮਲ ਹੋ ਜਾਂਦੇ ਹਨ। ਅਜਿਹਾ ਪੁਰਸ਼ ਅੰਤਰਜਾਮੀ ਬਣ ਜਾਂਦਾ ਹੈ। ਸਮੁੱਚੀ ਸ੍ਰਿਸ਼ਟੀ ਵਿੱਚ ਜੋ ਕੁਝ ਹੈ ਅਤੇ ਜੋ ਕੁਝ ਹੋ ਰਿਹਾ ਹੈ ਉਸ ਨੂੰ ਉਸ ਦੀ ਪੂਰੀ ਸੋਝੀ ਹੋ ਜਾਂਦੀ ਹੈ। ਨਾ ਤਾਂ ਉਸ ਨੂੰ ਜਮਾਂ ਦੇ ਨਾਲ ਜਾਣਾ ਪੈਂਦਾ ਹੈ ਅਤੇ ਨਾ ਹੀ ਮੂੰਹ ਉੱਤੇ ਜਮਾਂ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਹਨ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਪਵਨ ਕੀ ਸੁਧ। ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਸ਼ਬਦਾਰਥ। ਮੰਨੈ ਮੰਨਣ ਕਰਕੇ, ਬੁੱਧ ਯਾਨੀ ਜਾਗਰਤ, ਮੋਹ ਯਾਨੀ ਮੂੰਹ ਉੱਤੇ। ਜੇ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ ਤਾਂ ਉਸ ਦੀ ਸੁਰਤ ਉੱਚੀ ਹੋ ਜਾਂਦੀ ਹੈ। ਉਸ ਦੇ ਮਨ ਵਿੱਚ ਜਾਗਰਤ ਆ ਜਾਂਦੀ ਹੈ। ਭਾਵ ਮਾਇਆ ਵਿੱਚ ਸੁੱਤਾ ਮਨ ਜਾਗ ਪੈਂਦਾ ਹੈ। ਸਾਰੇ ਭਾਵਨਾ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ ਕਿ ਹਰ ਥਾਂ ਪ੍ਰਭੂ ਵਿਆਪਕ ਹੈ। ਮਨੁੱਖ ਸੰਸਾਰ ਦੇ ਵਿਕਾਰਾਂ ਦੀਆਂ ਸੱਟਾਂ ਮੂੰਹ ਉੱਤੇ ਨਹੀਂ ਖਾਂਦਾ। ਭਾਵ ਸੰਸਾਰਕ ਵਿਕਾਰ ਉਸ ਉੱਤੇ ਦਬਾਅ ਨਹੀਂ ਪਾ ਸਕਦੇ ਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ। ਉਹ ਜਨਮ ਮਰਨ ਦੇ ਗੇੜ ਵਿੱਚੋਂ ਬਚ ਜਾਂਦਾ ਹੈ। ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ
ਪ੍ਰਭਾਵ ਤੋਂ ਪਰੇ ਹੈ, ਐਡਾ ਉੱਚਾ ਹੈ ਕਿ ਉਸ ਵਿੱਚ ਜੁੜਨ ਵਾਲਾ ਵੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ। ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਹਰ ਨਾਮ ਦੀ ਲਗਨ ਪੈਦਾ ਕਰ ਲਵੇ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਨਾਮ ਵਿੱਚ ਸਮਾ ਕੇ ਨਾਮ ਰੂਪ ਹੋ ਗਏ ਸਾਧਕ ਨੂੰ ਅੰਦਰ ਪਰਮੇਸ਼ਰ ਦੇ ਰਾਹ ਉੱਤੇ ਚੱਲਣ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ, ਨਾ ਕੋਈ ਸ਼ਕਤੀ ਉਹਦੇ ਰਾਹ ਵਿੱਚ ਰੁਕਾਵਟ ਪਾ ਸਕਦੀ ਹੈ ਅਤੇ ਨਾ ਹੀ ਉਹਨੂੰ ਠੱਗ ਸਕਦੀ ਹੈ। ਉਹ ਮਾਨ ਸਨਮਾਨ ਨਾਲ ਅੰਦਰਲੇ ਮੰਡਲ ਪਾਰ ਕਰਦਾ ਹੈ। ਅਜਿਹੇ ਪੂਰਨ ਪੁਰਖ ਨੂੰ ਜਮ ਮਾਰਗ ਉੱਤੇ ਨਹੀਂ ਚੱਲਣਾ ਪੈਂਦਾ, ਅਰਥਾਤ ਉਹਨੂੰ ਉਸ ਰਾਹ ਉੱਤੇ ਨਹੀਂ ਜਾਣਾ ਪੈਂਦਾ। ਮਗ ਨਾ ਚੱਲੈ ਪੰਥ, ਜਿਸ ਰਾਹੀ ਧਰਮ ਰਾਜ ਦੇ ਦਰਬਾਰ ਵਿੱਚ ਪੇਸ਼ ਹੋਏ ਜੀਵਾਂ ਨੂੰ ਨਰਕਾਂ ਜਾਂ ਸਵਰਗਾਂ ਵਿੱਚ ਭੇਜਣ ਲਈ ਲਿਜਾਇਆ ਜਾਂਦਾ ਹੈ, ਉਹਦਾ ਸੰਬੰਧ ਸੱਚੇ ਧਰਮ ਨਾਲ ਜੁੜ ਜਾਂਦਾ ਹੈ ਅਤੇ ਉਹ ਸੱਚਾ ਪਰਮਾਤਮਾ ਬਣ ਜਾਂਦਾ ਹੈ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਸ਼ਬਦਾਰਥ: ਠਾਕ ਯਾਨੀ ਰੋਕ, ਪਤ ਯਾਨੀ ਇੱਜ਼ਤ, ਪ੍ਰਗਟ ਯਾਨੀ ਪ੍ਰਸਿੱਧ ਹੋ ਕੇ। ਤਾਤਪਰਯ ਇਹ ਹੈ, ਜੇ ਮਨੁੱਖ ਦਾ ਮਨ ਨਾਮ ਵਿੱਚ ਪਤੀਜ ਜਾਵੇ ਤਾਂ ਜ਼ਿੰਦਗੀ ਦੇ ਸਫ਼ਰ ਵਿੱਚ ਵਿਕਾਰਾਂ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ। ਉਹ ਸੰਸਾਰ ਵਿੱਚ ਸੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ। ਉਸ ਮਨੁੱਖ ਦਾ ਧਰਮ ਨਾਲ ਸਿੱਧਾ ਜੋੜ ਬਣ ਜਾਂਦਾ ਹੈ। ਉਹ ਫਿਰ ਦੁਨੀਆ ਦੇ ਵੱਖੇ ਵੱਖਰੇ ਮਜ਼ਹਬਾਂ ਦੇ ਦੱਸੇ ਰਸਤਿਆਂ 'ਤੇ ਨਹੀਂ ਤੁਰਦਾ। ਭਾਵ ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ। ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਇੱਦਾਂ ਉੱਚਾ ਹੈ, ਪਰ ਇਸ ਵਿੱਚ ਜੁੜਨ ਨਾਲ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ। ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਹਰਨਾਮ ਦੀ ਲਗਨ ਪੈਦਾ ਕਰ ਲਵੇ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੈ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿਖ, ਐਸਾ ਨਾਮ ਨਿਰੰਜਨ ਹੋਈ, ਜੇ ਕੋ ਮਨ ਜਾਣੈ ਮਨ ਕੋਇ। ਨਾਮ ਦੇ ਰੰਗ ਵਿੱਚ ਰੰਗੇ ਹੋਏ ਜੀਵ ਨੂੰ ਮੁਕਤੀ ਦਾ ਦੁਆਰ ਪ੍ਰਾਪਤ ਹੋ ਜਾਂਦਾ ਹੈ। ਉਹ ਆਪ ਵੀ ਤਰ ਜਾਂਦਾ ਹੈ ਅਤੇ ਆਪਣੀ ਕੁਲ ਨੂੰ ਵੀ
ਤਾਰ ਲੈਂਦਾ ਹੈ। ਨਾਮ ਵਿੱਚ ਸਮਾ ਕੇ ਨਾਮ ਦਾ ਰੂਪ ਹੋ ਚੁੱਕੇ ਗੁਰਮੁਖ ਆਪ ਵੀ ਤਰ ਜਾਂਦੇ ਹਨ ਅਤੇ ਆਪਣੇ ਸਿੱਖਾਂ ਸੇਵਕਾਂ ਨੂੰ ਵੀ ਤਾਰ ਲੈਂਦੇ ਹਨ। ਅਜਿਹੇ ਪੂਰਨ ਪੁਰਖ 84 ਵਿੱਚ ਭਿਖਾਰੀਆਂ ਵਾਂਗ ਨਹੀਂ ਭਟਕਦੇ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਰੈ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿਖ। ਐਸਾ ਨਾਮ ਨਿਰੰਜਨ ਹੋਈ, ਜੇ ਕੋ ਮਨ ਜਾਣੈ ਮਨ ਕੋਇ। ਸ਼ਬਦਾਰਥ ਮੋਖ ਦੁਆਰ ਯਾਨੀ ਮੁਕਤੀ ਭਾਵ ਕੂੜ ਤੋਂ ਖਲਾਸੀ ਪਾਉਣ ਦਾ ਰਾਹ। ਸਾਧਾਰ ਯਾਨੀ ਅਕਾਲ ਪੁਰਖ ਦਾ ਆਸਰਾ ਦ੍ਰਿੜ ਕਰਾਉਂਦਾ ਹੈ। ਭਿਖ ਯਾਨੀ ਭਿਖਿਆ। ਤਾਤਪਰਯ ਇਹ ਹੈ, ਜੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ ਤਾਂ ਮਨੁੱਖ ਕੂੜ ਤੇ ਖਲਾਸੀ ਪਾਉਣ ਦਾ ਰਾਹ ਲੱਭ ਲੈਂਦਾ ਹੈ। ਇਹੋ ਜਿਹਾ ਮਨੁੱਖ ਆਪਣੇ ਪਰਿਵਾਰ ਨੂੰ ਵੀ ਅਕਾਲ ਪੁਰਖ ਦੀ ਟੇਕ ਦ੍ਰਿੜ ਕਰਾਉਂਦਾ ਹੈ। ਨਾਮ ਵਿੱਚ ਮਨ ਪਤੀਜਣ ਕਰਕੇ ਹੀ ਸਤਿਗੁਰੂ ਆਪ ਹੀ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲਗਾਉਂਦਾ ਹੈ। ਨਾਮ ਵਿੱਚ ਮਨ ਜੁੜਨ ਕਰਕੇ ਹੇ ਨਾਨਕ ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ। ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਐਡਾ ਉੱਚਾ ਹੈ ਕਿ ਇਸ ਵਿੱਚ ਜੁੜਨ ਵਾਲਾ ਵੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ। ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਹਰ ਨਾਮ ਦੀ ਲਗਨ ਪੈਦਾ ਕਰੇ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।